बिस्मिल्लाहिर्रहमानिर्रहीम। नाज़रीन, T20 वर्ल्ड कप ਜਿਹੜਾ ਹੈ ख़त्म ਹੋਇਆ ਔਰ ਉਹਦਾ ਇਖਤਤਾਮ ਹੋਇਆ ਇੰਡੀਆ ਦੀ ਜਿੱਤ ਦੇ ਨਾਲ। ਜਨੂਬੀ ਅਫਰੀਕਾ ਬਹੁਤ ਅੱਛਾ ਖੇਡਿਆ, ਪਰ ਜ਼ਾਹਿਰ ਹੈ ਕਿਸੇ ਇੱਕ ਨੇ ਜਿੱਤਣਾ ਹੁੰਦਾ ਹੈ। ਇਹ ਜਿੱਤ ਦਾ ਕੁਦਰਤ ਵੱਲੋਂ ਤਾਂ ਇੱਕ ਹੋਰ ਗੱਲ ਹੁੰਦੀ, ਲੇਕਿਨ ਖੇਡ ਦੇ ਵਿੱਚ ਪਰਫਾਰਮੈਂਸ ਵੀ ਇੱਕ ਚੀਜ਼ ਹੁੰਦੀ। ਤੇ ਕੀ ਪਰਫਾਰਮੈਂਸ ਦੀ ਵਜ੍ਹਾ ਨਾਲ ਹੀ ਇੰਡੀਆ ਜਿੱਤਿਆ, ਜਾਂ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਮੁਤਨਾਜ਼ਿਆ ਸਮਝਿਆ ਜਾ ਰਿਹਾ ਔਰ ਉਹਦੇ ਉੱਤੇ ਗੱਲ ਕਰ ਰਹੇ ਨੇ ਮੁਬੱਸਰੀਨ। ਤੇ ਇਸ ਸਾਰੀ ਸੂਰਤ ਹਾਲ ਦੇ ਉੱਤੇ ਅਸੀਂ ਗੱਲ ਕਰਾਂਗੇ। ਅਬਦੁਲਸਤਾਰ ਹਾਸ਼ਮੀ ਸਾਹਿਬ, ਕਿ ਰੋਸ਼ਨੀ ਪਾਓ ਜਨਾਬ ਇਹ ਜਿੱਤ ਦੇ ਉੱਤੇ ਕਿ ਕਿਸ ਤਰ੍ਹਾਂ ਹੋਈ ਔਰ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਜੀ। ਹਾਲਾਂਕਿ ਤੁਸੀਂ ਤਾਂ ਫੇਵਰ ਕਰ ਰਹੇ ਸੀ ਦਿਲੋਂ ਜਨੂਬੀ ਅਫਰੀਕਾ ਦੀ, ਤੇ ਇੰਡੀਆ ਦੀ ਤਾਂ ਮੈਂ ਕਰ ਰਿਹਾ ਸੀ ਨਾ। ਹਾਂਜੀ, ਲੇਕਿਨ ਤੁਸੀਂ ਦੇਖੋ ਨਾ ਕਿ ਜਨੂਬੀ ਅਫਰੀਕਾ ਤੇ ਜਿੱਤਦੇ ਹਾਰਿਆ ਨਾ, ਇੱਕ ਟਰਨਿੰਗ ਪੁਆਇੰਟ ਆ ਗਿਆ ਤੇ ਉਹ ਹਾਰ ਗਿਆ। ਅਦਰਵਾਈਜ਼ ਅਸਲ ਜਿੱਤ ਤੇ ਜਨੂਬੀ ਅਫਰੀਕਾ ਦੀ ਸੀ। ਲੇਕਿਨ ਮੈਂ ਤੁਹਾਨੂੰ ਇਹਦੀਆਂ ਦੋ ਵਜ੍ਹਾ ਦੱਸਾਂਗਾ ਦੋਨੋਂ ਦਾ। ਇੱਕ ਤੇ ਦੋਨੋਂ ਟੀਮਾਂ ਤੇ ਜਿਹੜਾ ਦਰਮਿਆਨੀ ਫਰਕ ਸੀ ਨਾ, ਜਾਂ ਬੁਨਿਆਦੀ ਫਰਕ ਸੀ ਨਾ, ਉਹ ਹੈਗਾ ਸੀ ਬੁਮਰਾਹ। ਠੀਕ ਹੈ। ਜਸਪ੍ਰੀਤ ਬੁਮਰਾਹ ਜਿਹੜਾ ਸੀ ਨਾ, ਉਹ ਇੱਕ ਵੱਡਾ ਫਰਕ ਪਾ ਗਿਆ ਔਰ ਇਸ ਜਿੱਤ ਦਾ ਜਿਹੜਾ ਸਿਹਰਾ ਹੈ ਨਾ 100% ਉਹਦੇ ਸਿਰ ਜਾਂਦਾ। ਹਾਲਾਂਕਿ ਕੋਹਲੀ ਨੇ ਵੀ ਅੱਛੀ ਇਨਿੰਗਸ ਖੇਲੀ ਹੈ, ਬਾਕੀ ਲੋਕਾਂ ਨੇ ਵੀ ਖੇਲਿਆ, ਲੇਕਿਨ ਜਸਪ੍ਰੀਤ ਨੇ ਆਖਰੀ ਓਵਰਸ ਜਿਹੜੇ ਬਚਾ ਕੇ ਉਹਨੇ ਰਨਸ ਬਚਾ ਕਰ ਇੰਡੀਆ ਨੂੰ ਫਤਹ ਦਿਲਾਈ ਨਾ, ਉਹਦਾ ਕੋਈ ਮੁਤਬਾਦਲ ਨਹੀਂ। ਉਹਦੀ ਵਜ੍ਹਾ ਇਹ ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਕਿ ਇਸ ਮੈਚ ਦੇ ਟਾਸ ਤੋਂ 20 ਮਿੰਟ ਪਹਿਲੇ ਬੁਮਰਾਹ ਜਿਹੜਾ ਸੀ ਨਾ, ਉਹ ਪ੍ਰੈਕਟਿਸ ਕਰ ਰਿਹਾ ਸੀ ਆਪਣੀ। ਔਰ ਉਸ ਪ੍ਰੈਕਟਿਸ ਤੋਂ ਬਾਅਦ ਨਾ ਉਹਨੇ ਝੁਕ ਕੇ ਨਾ ਥੱਲੇ ਤੇ ਦੇਖਿਆ ਉਹ ਜਿਹੜਾ ਨਿਸ਼ਾਨ ਲੱਗੇ ਹੁੰਦੇ ਨਾ ਕਿ ਕਿਤੇ ਮੇਰੇ ਨੋ ਬਾਲ ਹੋਏ ਕਿ ਨਹੀਂ ਹੋਏ। ਮਤਲਬ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਬੜੀ ਕੌਨਸ਼ੀਅਸ ਹੁੰਦੇ ਨੇ ਨਾ। ਤੇ ਉਹ ਜਿਸਲੇ ਝੁਕਿਆ ਨਾ ਤੇ ਪਿੱਛੇ ਕਿਸੇ ਨੇ ਆ ਕੇ ਨਾ ਉਹਨੂੰ ਥਪਕੀ ਦਿੱਤੀ। ਤੇ ਜਦੋਂ ਉਹਨੇ ਮੁੜ ਕੇ ਦੇਖਿਆ ਤੇ ਉਹਦੀ ਬੁੱਢੀ ਖਲੋਤੀ ਸੀ, ਉਹਦਾ ਨਾਂ ਹੈ ਸੰਜਨਾ। ਠੀਕ ਹੈ। ਸੰਜਨਾ ਨੇ ਉਹਨੂੰ ਕਿਹਾ, ਗਲੇ ਲਗਾ ਕੇ ਕਿਹਾ ਕਿ ਬੁਮਰਾਹ ਗੱਲ ਸੁਣ, ਹਿੰਦੁਸਤਾਨ ਜਿਹੜਾ ਨਾ ਉਹ ਇਸ ਟਰਾਫੀ ਦੀ ਡਿਮਾਂਡ ਕਰ ਰਿਹਾ ਹੈ ਤੇ ਤੂੰ ਆਪਣਾ ਕਰਜ਼ ਉਤਾਰ ਤੇ ਇਹ ਟਰਾਫੀ ਲੈ ਕੇ ਆਣੀ ਹੈ। ਤੇ ਬੁਮਰਾਹ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਹੱਸ ਕੇ ਅੱਗੇ ਵਧ ਗਿਆ, ਜਿਵੇਂ ਉਹ ਕਹਿ ਰਿਹਾ ਹੋਵੇ ਕਿ ਹਾਂ ਯਾਰ ਮੈਨੂੰ ਵੀ ਟਰਾਫੀ ਦੀ ਜ਼ਰੂਰਤ ਹੈ ਆਪਣੇ ਮੁਲਕ ਵਾਸਤੇ। ਔਰ ਉਹਦੀ ਬੁੱਢੀ ਦੱਸਦੀ ਹੈ ਕਿ ਸਵੇਰ 4 ਵਜੇ ਉੱਠ ਕੇ ਬੁਮਰਾਹ ਜਿਹੜਾ ਨਾ ਉਹ 2 ਘੰਟੇ ਸਿਰਫ ਯਾਰਕਰਸ ਦੀ ਪ੍ਰੈਕਟਿਸ ਕਰਦਾ ਹੈ ਹਰ ਰੋਜ਼। ਔਰ ਇਹੀ ਵਜ੍ਹਾ ਹੈ ਕਿ ਦੁਨੀਆ ਦਾ ਖਤਰਨਾਕ ਤਰੀਨ ਬੋਲਰ ਹੈ। ਕੱਲ ਜਦੋਂ ਮੈਚ ਇਨ ਫੁੱਲ ਸਵਿੰਗ ਸੀ ਨਾ ਔਰ ਜਨੂਬੀ ਅਫਰੀਕਾ ਜਿੱਤ ਰਿਹਾ ਸੀ ਔਰ ਕਲਾਸਨ ਛੱਕੇ ਮਾਰਨ ਦਿਆ ਸੀ, ਤੇ ਉਸ ਤੋਂ ਬਾਅਦ ਜਦੋਂ ਬੁਮਰਾਹ ਬੋਲਿੰਗ ਕਰਨ ਵਾਸਤੇ ਆਇਆ ਨਾ ਤੇ ਉਹਦੇ ਤੇ ਕੋਈ ਪ੍ਰੈਸ਼ਰ ਨਹੀਂ ਸੀ ਔਰ ਉਹਦੇ ਜਿਹੜੇ 2 ਓਵਰ ਸੀ ਨਾ ਉਹਨੇ ਮੈਚ ਜਿਤਾਤਾ ਇੱਕ ਤੇ ਵੇ। ਅੱਛਾ, ਦੂਸਰੀ ਤਰਫ ਅਗਰ ਦੇਖਿਆ ਜਾਏ ਨਾ ਤਾਂ ਜਨੂਬੀ ਅਫਰੀਕਾ ਦੇ ਜਿਹੜੇ ਲੋਕ ਨੇ ਨਾ ਉਹ ਇਹ ਕਹਿੰਦੇ ਨੇ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ, ਸਾਡੇ ਨਾਲ ਡਾਕਾ ਮਾਰਿਆ ਗਿਆ, ਸਾਡੇ ਕੋਲੋਂ ਲੁੱਟਿਆ ਗਿਆ ਮੈਚ। ਔਰ ਉਹ ਇਹ ਕਹਿੰਦੇ ਨੇ ਕਿ ਸੂਰਿਆ ਯਾਦਵ ਨੇ ਜਿਹੜਾ ਕੈਚ ਫੜਿਆ ਸੀ ਨਾ, ਉਹ ਕੈਚ ਜਿਹੜਾ ਉਹ ਕੈਚ ਨਹੀਂ ਸੀ, ਛੱਕਾ ਸੀ, ਕਿਉਂਕਿ ਉਹਦਾ ਪੈਰ ਜਿਹੜਾ ਸੀ ਨਾ ਉਹ ਬਾਉਂਡਰੀ ਦੇ ਜਿਹੜੀ ਬਾਉਂਡਰੀ ਲਾਈਨ ਜਿਹੜੀ ਵਿਛੀ ਹੁੰਦੀ ਹੈ ਨਾ ਉਹਦੇ ਥੱਲੇ ਫੋਮ ਹੁੰਦਾ ਹੈ, ਉਹ ਵੀ ਬਾਉਂਡਰੀ ਲਾਈਨ ਦਾ ਇੱਕ ਹਿੱਸਾ ਹੁੰਦਾ ਔਰ ਉਹਦਾ ਪੈਰ ਉਸ ਫੋਮ ਨੂੰ ਛੂਹਿਆ। ਔਰ ਉਹ ਬਾਰ-ਬਾਰ ਉਸ ਵੀਡੀਓ ਨੂੰ ਦਿਖਾ ਕੇ ਦੱਸ ਰਹੇ ਨੇ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ। ਹੋਇਆ ਹੈ ਕਿ 24 ਰਨਸਾਂ ਤੇ 24 ਹੀ ਰਨਸ ਦਰਕਾਰ ਸੀ, 24 ਗੇਂਦਾਂ ਤੇ 24 ਰਨਸ ਦਰਕਾਰ ਸੀ, 6 ਵਿਕਟਾਂ ਹੱਥ 'ਚ ਸੀ। ਔਰ ਡੇਵਿਡ ਮਿਲਰ ਜਿਹੜਾ ਸੀ ਉਹ ਸਾਹਮਣੇ ਸੀ। ਡੇਵਿਡ ਮਿਲਰ ਨੇ ਛੱਕਾ ਮਾਰਿਆ ਪਾਂਡਿਆ ਨੂੰ, ਉਹ ਗੇਂਦ ਗਈ ਬਾਉਂਡਰੀ ਤੇ ਔਰ ਬਾਉਂਡਰੀ ਤੇ ਸੂਰਿਆ ਯਾਦਵ ਨੇ ਉਹਨੂੰ ਫੜ ਲਿਆ। ਅੱਛਾ, ਹੁਣ ਇਹ ਜਿਹੜਾ ਮੁਤਨਾਜ਼ਾ ਕੈਚ ਹੈ ਨਾ, ਇਹਦੀ ਗਵਾਹੀ ਨਹੀਂ ਸਿਰਫ ਜਨੂਬੀ ਅਫਰੀਕਾ ਦੇ ਲੋਕ ਦੇ ਰਹੇ ਨੇ ਬਲਕਿ ਦੁਨੀਆ ਭਰ ਦੇ ਸ਼ਾਇਕੀਨ ਦੇ ਰਹੇ ਨੇ, ਬਲਕਿ ਅਸਲ ਗਵਾਹੀ ਜਿਹੜੀ ਹੈ ਨਾ ਉਹ ਸਾਬਕ ਇੰਗਲਿਸ਼ ਜਿਹੜੇ ਕਪਤਾਨ ਨਾਸਰ ਹੁਸੈਨ ਨੇ ਦਿੱਤੀ। ਉਹਨੇ ਕਿਹਾ ਇਹ ਛਿੱਕਾ ਸੀ, ਆਊਟ ਨਹੀਂ ਸੀ, ਔਰ ਅੰਪਾਇਰ ਸ਼ਾਇਦ ਅੰਨਾ ਸੀ, ਇਹਨੂੰ ਨਜ਼ਰ ਨਹੀਂ ਆਇਆ ਕਿ ਉਹਨੇ ਐਡੀ ਵੱਡੀ ਗਲਤੀ ਕਰਕੇ ਇੱਕ ਜਿੱਤਿਆ ਹੋਇਆ ਕੱਪ ਜਿਹੜਾ ਸੀ ਨਾ ਉਹ ਚੁੱਕ ਕੇ ਇੰਡੀਆ ਦੀ ਝੋਲੀ 'ਚ ਪਾ ਦਿੱਤਾ। ਅੱਛਾ, ਹੁਣ ਦੂਸਰੇ ਐਂਡ ਤੇ ਅਗਰ ਅਸੀਂ ਦੇਖਿਆ ਜਾਏ ਨਾ ਕਿ ਤੁਸੀਂ ਦੇਖਿਆ ਕਿ ਜਦੋਂ ਮੈਚ ਤੋਂ ਬਾਅਦ ਉਹ ਜਿਹੜਾ ਰੋਹਿਤ ਸੀ ਉਹ ਸਲੋ ਮੋਸ਼ਨ 'ਚ ਆ ਰਿਹਾ ਹੈ ਇੱਕ ਐਕਸ਼ਨ 'ਚ, ਯਾਨੀ ਸਲੋ ਮੋਸ਼ਨ 'ਚ ਆਪਣੇ ਆਪ ਨੂੰ ਦਿਖਾ ਕੇ ਜਾ ਕੇ ਉਹਨੇ ਟਰੋਫੀ ਫੜੀ ਔਰ ਜਾ ਕੇ ਉਹਨੇ ਹਵਾ 'ਚ ਉਛਾਲ ਦਿੱਤੀ। ਇਹ ਉਹਦੀ ਖੁਸ਼ੀ ਦੀ ਇੰਤਹਾ ਸੀ ਔਰ ਉਹ ਡਿਜ਼ਰਵ ਵੀ ਕਰਦਾ ਸੀ ਕਿਉਂਕਿ ਉਹਨੇ ਇਸ ਟੂਰਨਾਮੈਂਟ 'ਚ ਬੜੀ ਮਿਹਨਤ ਕੀਤੀ, ਉਹਨੇ ਸਮਝਦਾਰੀ ਦਿਖਾਈ, ਉਹਨੇ ਕਪਤਾਨੀ ਦਿਖਾਈ, ਉਹਨੇ ਇੱਕ ਪਰਫਾਰਮੈਂਸ ਦਿਖਾਈ, ਉਹਨੇ ਇਸ ਟੀਮ ਨੂੰ ਯੂਨਿਟ ਬਣਾ ਕੇ ਲੈ ਕੇ ਚੱਲਿਆ। ਔਰ ਜਿਸ ਤਰ੍ਹਾਂ ਤੁਸੀਂ ਦੇਖੋ ਇਸ ਮੈਚ ਦੇ ਵਿੱਚ ਉਹਨੂੰ ਆਊਟ ਕੀਤਾ, ਡੀਕੌਕ ਨੂੰ ਆਊਟ ਕੀਤਾ ਨਾ। ਉੱਥੇ ਡੀਕੌਕ ਦੀ ਗਲਤੀ ਸੀ, ਉਸੇ ਜਗ੍ਹਾ ਤੇ ਉਹਨੇ ਦੂਸਰੀ ਸ਼ਾਟ ਖੇਲੀ, ਲੇਕਿਨ ਉਸ ਤੋਂ ਪਹਿਲੇ ਉਹ ਖੁਦ ਫੀਲਡਿੰਗ ਵਾਸਤੇ ਆ ਚੁੱਕਿਆ ਸੀ ਔਰ ਕੈਚ ਫੜ ਲਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੱਸਦੀਆਂ ਨੇ ਕਿ ਉਹ ਬੇਇੰਤਹਾ ਖੁਸ਼ ਸੀ ਔਰ ਉਹਨੂੰ ਖੁਸ਼ ਹੋਣਾ ਵੀ ਚਾਹੀਦਾ ਸੀ, ਉਹ ਡਿਜ਼ਰਵ ਵੀ ਕਰਦਾ। ਇੰਡੀਆ ਦੀ ਟੀਮ ਨੇ ਬਹੁਤ ਸ਼ਾਨਦਾਰ ਪਲੇ ਕੀਤਾ, ਸਾਰਾ ਕੁਝ ਕੀਤਾ, ਲੇਕਿਨ ਸਰ ਮੇਰਾ ਖਿਆਲ ਹੈ ਕਦੀ ਨਾ ਕਦੀ ਤਾਂ ਇਹ ਜ਼ਰੂਰ ਸੋਚੇਗਾ ਕਿ ਯਾਰ ਅਗਰ ਉਹ ਕੈਚ ਛੱਕਾ ਦੇ ਦਿੱਤਾ ਜਾਂਦਾ ਤੇ ਫਿਰ ਮੈਂ ਰੋਣ ਵਾਲਿਆਂ 'ਚ ਖਲੋਤੇ ਹੋਣਾ ਸੀ, ਜਿੱਤਣ ਵਾਲਿਆਂ 'ਚ ਨਹੀਂ ਖਲੋਤੇ ਹੋਣਾ। ਅੱਛਾ ਹਾਸ਼ਮੀ ਸਾਹਿਬ, ਇਹ ਦੱਸੋ ਕਿ ਅਸੀਂ ਇੰਡੀਆ ਦੇ ਇਸ ਮੈਚ ਦੇ ਕੈਚ ਦੀ ਗੱਲ ਕਰਨ ਰਹੇ ਹਾਂ। ਪਿਛਲੇ ਦਿਨਾਂ 'ਚ ਅਸੀਂ ਅਫਗਾਨਿਸਤਾਨ ਵਾਲੀ ਵੀ ਗੱਲ ਕੀਤੀ, ਉਹਨਾਂ ਨੇ ਵੀ ਕਿਸੇ ਤਰ੍ਹਾਂ ਦੀ ਹੀ ਫਾਉਲ ਵਾਲੀ, ਯਾਨੀ ਕ੍ਰਿਕਟ ਦੀ ਸਪਿਰਿਟ ਦੇ ਖਿਲਾਫ ਸੀ। ਉਹ ਬਿਮਾਰ ਹੋ ਕੇ ਡਿੱਗ ਪੈਣਾ ਤੇ ਫਿਰ ਸਾਰਾ ਕੁਛ।
ਤੇ ਇਹ ਜਿਹੜੇ ਇਹ ਵਾਕਿਆਤ ਦਾ ਵਧਣਾ ਇਹ ਨਹੀਂ ਕਹਿੰਦਾ ਕਿ ਆਈਸੀਸੀ ਨੂੰ ਕੁਝ ਇਸ ਬਾਰੇ ਸੰਜੀਦਗੀ ਦੇ ਨਾਲ ਗੌਰ ਕਰਨਾ ਚਾਹੀਦਾ ਹੈ? ਅੱਛਾ, ਆਈਸੀਸੀ ਸੰਜੀਦਗੀ ਨਾਲ ਗੌਰ ਕਿਵੇਂ ਕਰੇਗਾ? ਆਈਸੀਸੀ ਦਾ ਮਤਲਬ ਹੈ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ। ਤੁਸੀਂ ਉਹਨੂੰ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨਾ ਕਹੋ, ਉਹਨੂੰ ਤੁਸੀਂ ਇੰਡੀਅਨ ਕ੍ਰਿਕਟ ਕਾਉਂਸਲ ਕਹੋ, ਕਿਉਂਕਿ ਉੱਥੇ ਸਾਰੇ ਇੰਡੀਅਨ ਬੈਠੇ ਨੇ। ਜੇ ਸ਼ਾਹ ਉੱਥੇ ਬੈਠਾ, ਬਾਕੀ ਉਹਨਾਂ ਦੇ ਸਾਰੇ ਅਹੁਦੇਦਾਰ ਉੱਥੇ ਬੈਠੇ ਨੇ, ਔਰ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਕਮਾਊ ਪੁੱਤਰ ਹੈ ਨਾ, ਉਹ ਆਈਸੀਸੀ ਦਾ ਇੰਡੀਆ ਹੀ ਹੈ, ਸਭ ਤੋਂ ਜ਼ਿਆਦਾ ਪੈਸੇ ਇਹ ਦਿੰਦਾ ਹੈ। ਤੇ ਇਸ ਵਾਸਤੇ ਆਈਸੀਸੀ ਜਿਹੜੀ ਨਾ ਉਹ ਫੇਵਰ ਦਿੰਦੀ ਹੈ। ਇਹਦੇ ਵਿੱਚ ਤੁਸੀਂ ਦੇਖ ਲਓ ਕਿ ਇੱਕ ਜਿਹੜਾ ਸੀ ਸੈਮੀਫਾਈਨਲ, ਉਹਦੇ ਚ ਰਿਜ਼ਰਵ ਡੇ ਸੀ, ਦੂਸਰੇ ਚ ਰਿਜ਼ਰਵ ਡੇ ਨਹੀਂ ਸੀਗਾ। ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਨਾ, ਉਹ ਇਹ ਮਤਲਬ ਪੂਰੀ ਦੁਨੀਆ 'ਚ ਕੁਐਸਚਨ ਮਾਰਕ ਆ ਗਿਆ ਕਿ ਯਾਰ ਇਹ ਕੀ ਗੱਲ ਹੋਈ ਭਲਾ, ਕਿ ਤੁਸੀਂ ਆਈਸੀਸੀ ਦਾ ਰੋਲ ਤੁਸੀਂ ਦੇਖੋ ਕਿ ਪੂਰੇ ਵਰਲਡ ਕੱਪ 'ਚ ਉਹਨੂੰ ਘੁਮਾ ਕੇ ਰੱਖਿਆ ਸੀ ਔਰ ਇੰਡੀਆ ਨੂੰ ਫੇਵਰਸ ਦੇ ਰਿਹਾ ਸੀ। ਬਹੁਤ ਸ਼ੁਕਰੀਆ ਹਾਸ਼ਮੀ ਸਾਹਿਬ, ਤੁਸੀਂ ਰੋਸ਼ਨੀ ਪਾਈ ਇਸ ਮੈਚ ਦੇ ਉੱਤੇ, ਔਰ ਅਸੀਂ ਵੇਖਿਆ ਕਿ ਕੁਝ ਵਾਕਿਆਤ ਜਿਹੜੇ ਨੇ ਵੱਧ ਰਹੇ ਨੇ ਐਸੇ ਜਿਹੜੇ ਕ੍ਰਿਕਟ ਦੀ ਸਪਿਰਿਟ ਦੇ ਖਿਲਾਫ ਹੈ। ਬਹਰਹਾਲ ਸਾਨੂੰ ਖੁਸ਼ੀ ਹੈ ਕਿ ਇੰਡੀਆ ਜਿੱਤਿਆ, ਉਹ ਡਿਜ਼ਰਵ ਕਰਦੇ ਸਨ। ਔਰ ਅਸੀਂ ਥੋੜ੍ਹੀ ਜਿਹੀ ਗੱਲ ਜਿਹੜੀ ਹੈ ਉਹ ਮੇਰੇ ਖਿਆਲ ਇਹਦੇ 'ਤੇ ਵੀ ਕਰਨੀ ਚਾਹੀਦੀ ਸਾਨੂੰ ਕਿ ਕੋਹਲੀ ਦੀ ਰਿਟਾਇਰਮੈਂਟ, ਕੱਲ ਬਹੁਤ ਅੱਛੀ ਇਨਿੰਗ ਵੀ ਖੇਲੀ ਉਹਨਾਂ ਨੇ ਖੁਦ ਵੀ। ਅੱਛਾ, ਤੁਸੀਂ ਦੇਖੋ ਕਿ ਕੋਹਲੀ ਇਸ ਪੂਰੇ ਵਰਲਡ ਕੱਪ 'ਚ ਨਾਕਾਮ ਸੀ। ਮਤਲਬ ਉਹ ਜਿੰਨੇ ਵੀ 7 ਮੈਚ ਖੇਲੇ ਨੇ, ਟੋਟਲ 8ਵਾਂ ਉਹਨਾਂ ਦਾ ਸੀ ਵਰਲਡ ਕੱਪ। ਇੱਕ ਮੈਚ ਉਹਨਾਂ ਦਾ ਬਰਾਬਰ ਹੋ ਗਿਆ ਸੀ ਕੈਨੇਡਾ ਦੇ ਨਾਲ, ਔਰ ਉਹਨਾਂ ਦੇ ਵਿੱਚ ਤੁਸੀਂ ਦੇਖੋ ਕੋਹਲੀ ਥਰੂ ਆਊਟ ਨਾਕਾਮ ਚੱਲ ਰਿਹਾ ਸੀ। ਲੇਕਿਨ ਚੂੰਕਿ ਉਹ ਵੱਡਾ ਪਲੇਅਰ ਹੈ ਔਰ ਉਹਦੇ ਤੇ ਇਤਮਾਦ ਸੀ, ਔਰ ਸਾਡਾ ਦਿਲ ਕਹਿੰਦਾ ਸੀ ਕਿ ਉਹ ਵਰਲਡ ਕੱਪ ਦੇ ਫਾਈਨਲ 'ਚ ਆਪਣਾ ਆਪ ਦਿਖਾਏਗਾ। ਔਰ ਦੇਖੋ ਕੱਲ ਉਹਨੇ ਕਿੰਨੀ ਸ਼ਾਨਦਾਰ ਇਨਿੰਗਸ ਖੇਲੀ, ਇੰਤਹਾਈ ਸ਼ਾਨਦਾਰ ਇਨਿੰਗਸ ਖੇਲੀ। ਅਗਰ ਤੁਸੀਂ ਉਹਦੇ 74 ਰਨਸ ਕੱਢ ਦਿਓ ਤਾਂ ਪਿੱਛੇ ਕੀ ਬਚਦਾ? ਕੁਝ ਵੀ ਨਹੀਂ ਬਚਦਾ। ਤੇ ਮੇਰਾ ਖਿਆਲ ਹੈ ਕਿ ਕੋਹਲੀ ਜੈਸੇ ਜਿਹੜੇ ਪਲੇਅਰਸ ਨੇ ਨਾ, ਉਹ ਸਦੀਆਂ 'ਚ ਪੈਦਾ ਹੁੰਦੇ ਨੇ, ਉਹਦਾ ਮੁਤਬਾਦਲ ਨਹੀਂ ਹੁੰਦਾ, ਬੜੀ ਦੇਰ ਬਾਅਦ ਪੈਦਾ ਹੁੰਦੇ।